ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੱਜ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕਰਕੇ ਅੰਮ੍ਰਿਤ ਵੇਲੇ ਤੋਂ ਹੀ ਸਿੱਖ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਹਨ। ਅੱਜ ਦਾ ਪਵਿੱਤਰ ਦਿਹਾੜਾ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਆਪਾਂ ਸਭ ਨੇ ਮਨਾਉਣਾ ਕੀਤਾ। ਆਓ ਇਸ ਵਿਸ਼ੇ ਤੇ ਅੱਜ ਆਪਾਂ ਵਿਚਾਰਾਂ ਸਾਂਝੀਆਂ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਸਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਮਾਤਾ ਕਹਿ ਮਨ ਬਹੁਤ ਵਿਗਾਸ, ਉਦਰੈ ਮਾਹੇ ਆਏ ਕੀਆ ਨਿਵਾਸ। ਮਾਤਾ ਕਹਿ ਮਨ ਬਹੁਤ ਵਿਗਾਸ, ਜਮਿਆ ਪੂਤ ਭਗਤ ਗੋਬਿੰਦ ਕਾ। ਪ੍ਰਗਟਿਆ ਸਾਮੈ ਲਿਖਿਆ ਧੁਰ ਕਾ, ਜਮਿਆ ਪੂਤ ਭਗਤ ਗੋਬਿੰਦ ਕਾ। ਪ੍ਰਗਟਿਆ ਸਾਮੈ ਲਿਖਿਆ ਧੁਰ ਕਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹਨ ਤੇ ਉਹਨਾਂ ਦੇ ਤਿੰਨ ਸੁਪੁੱਤਰ ਭਾਈ ਪ੍ਰਿਥੀ ਚੰਦ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਤੇ ਇੱਕ ਤੀਸਰਾ ਪੁੱਤਰ। ਇਹਨਾਂ ਤਿੰਨਾਂ ਪੁੱਤਰਾਂ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਲਾਇਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਝਿਆ ਤਾਂ ਉਹਨਾਂ ਨੇ ਸਮਾਂ ਆਉਣ ਤੇ ਗੁਰਤਾ ਗੱਦੀ ਜਿਹੜੀ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਦੇਣੀ ਕੀਤੀ। ਪ੍ਰਿਥੀ ਚੰਦ ਜੋ ਉਮਰ ਵਿੱਚ ਸਤਿਗੁਰਾਂ ਤੋਂ ਵੱਡਾ ਸੀ, ਉਹ ਆਪਣੀ ਉਮਰ ਦੇ ਮੁਤਾਬਕ ਸੋਚਦਾ ਸੀ ਕਿ ਮੈਂ ਹੀ ਗੱਦੀ ਦਾ ਵਾਰਸ ਹਾਂ, ਪਰ ਤਖਤੇ ਰਾਜਾ ਸੋਭ ਹੈ ਜੋ ਤਖਤੇ ਲਾਇਕ ਹੋਈ। ਤਖਤ ਤੇ ਉਹੀ ਬੈਠਦਾ ਜਿਹੜਾ ਤਖਤ ਦੇ ਲਾਇਕ ਹੁੰਦਾ। ਇਸ ਕਰਕੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਪ੍ਰਿਥੀ ਚੰਦ ਦਾ ਜੀਵਨ ਜਿਹੜਾ ਹੈ ਉਹ ਈਰਖਾ ਦਾ ਭਰਿਆ ਹੋਇਆ ਦੇਖਿਆ ਤਾਂ ਉਹਨਾਂ ਨੇ ਜੱਜਮੈਂਟ ਕਰਕੇ ਆਪਣੇ ਤਿੰਨਾਂ ਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਸੁਪੁੱਤਰ ਸਾਡੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ। ਹੁਣ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੰਗਤਾਂ ਨੂੰ ਤਾਰਨ ਲੱਗੇ। ਸਮਾਂ ਬਤੀਤ ਹੁੰਦਾ ਗਿਆ। ਸ਼ਾਦੀ ਜਿਹੜੀ ਹੈ ਪ੍ਰਿਥੀ ਚੰਦ ਦੀ ਵੀ ਹੋ ਗਈ ਸੀ ਤੇ ਗੁਰੂ ਅਰਜਨ ਦੇਵ ਜੀ ਦੀ ਵੀ ਕਰ ਦਿੱਤੀ ਸੀ। ਪ੍ਰਿਥੀ ਚੰਦ ਦੇ ਪੁੱਤਰ ਹੋ ਗਿਆ ਮਿਹਰਬਾਨ, ਪਰ ਪ੍ਰਿਥੀ ਚੰਦ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਪਿਤਾ ਗੁਰੂ ਮੈਨੂੰ ਗੱਦੀ ਨਹੀਂ ਦੇ ਕੇ ਗਏ, ਔਰ ਉਸ ਨੇ ਆਪਣੀ ਸਿਆਣਪ ਦੇ ਮੁਤਾਬਕ ਗੁਰਤਾ ਗੱਦੀ ਦੇ ਵਾਸਤੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਫਿਰ ਇਸ ਦੇ ਘਰ ਪੁੱਤਰ ਹੋਇਆ। ਇਹਨੇ ਸੋਚਿਆ ਚਲੋ ਕੋਈ ਗੱਲ ਨਹੀਂ, ਅਰਜਨ ਦੇਵ ਦੀ ਸ਼ਾਦੀ ਨੂੰ ਕਾਫੀ ਸਮਾਂ ਹੋ ਗਿਆ ਹੈ, ਇਹਨਾਂ ਦੇ ਕੋਈ ਬੱਚਾ ਨਹੀਂ ਹੋਇਆ, ਆਪਣਾ ਪੁੱਤਰ ਮਿਹਰਬਾਨ ਹੈ, ਅੱਗੇ ਗੱਦੀ ਹੋਰ ਕਿੱਥੇ ਜਾਵੇਗੀ, ਮੇਰੇ ਪੁੱਤਰ ਨੂੰ ਮਿਲ ਜਾਵੇਗੀ।
ਹੁਣ ਇਸ ਗੁਰਤਾ ਗੱਦੀ ਦੇ ਨਾਲ ਹੀ ਸਿੱਖ ਸੰਗਤਾਂ ਜੁੜੀਆਂ ਹੋਈਆਂ, ਜੋ ਭੇਟਾਵਾਂ ਆਉਂਦੀਆਂ ਉਹ ਵੀ ਇੱਥੇ ਹੀ ਆਉਂਦੀਆਂ। ਤੇ ਇਸੇ ਤਰ੍ਹਾਂ ਹੀ ਇੱਕ ਵਾਰੀ ਕਸ਼ਮੀਰ ਦੇ ਰਹਿਣ ਵਾਲੀ ਸੰਗਤ ਜਿਹੜੀ ਹੈ, ਰੇਸ਼ਮੀ ਕੱਪੜੇ ਸੋਨੇ ਦੇ ਤਿੱਲੇ ਦੀ ਨਾਲ ਕਢਾਈ ਕੀਤੇ ਹੋਏ ਕਾਫੀ ਭੇਟਾਵਾਂ ਦੇ ਵਿੱਚ ਮਾਤਾ ਗੰਗਾ ਜੀ ਵਾਸਤੇ ਲੈ ਆਏ ਤੇ ਉਹ ਵਸਤਰ ਘਰੇ ਭੇਜ ਦਿੱਤੇ। ਬੇਨਤੀ ਕੀਤੀ ਜੀ ਇਹ ਮਾਤਾ ਜੀ ਦੇ ਵਾਸਤੇ ਹੈ, ਠੀਕ ਆ। ਮਾਤਾ ਜੀ ਨੇ ਕੁਝ ਸਮਾਂ ਉਹ ਵਸਤਰ ਪਹਿਨੇ ਔਰ ਫਿਰ ਉਹਨਾਂ ਨੂੰ ਪੇਟੀ ਵਿੱਚ ਰੱਖ ਦਿੱਤਾ। ਆ ਜਦੋਂ ਸੌਣ ਭਾਦੋਂ ਦਾ ਮਹੀਨਾ ਆਉਂਦਾ, ਗਰਮ ਕੱਪੜਿਆਂ ਨੂੰ ਹਵਾ ਲਗਾਉਣੀ ਪੈਂਦੀ ਆ, ਤੇ ਇੱਕ ਦਿਨ ਮਾਤਾ ਗੰਗਾ ਜੀ ਨੇ ਉਹ ਵਸਤਰ ਪੇਟੀ ਵਿੱਚੋਂ ਕੱਢੇ ਔਰ ਨੌਕਰਾਣੀ ਨੂੰ ਨਾਲ ਲੈ ਕਰਕੇ ਉਹ ਸਾਰੇ ਵਸਤਰ ਉੱਪਰ ਧੁੱਪਨੇ ਹਵਾ 'ਚ ਪਾ ਦਿੱਤੇ। ਨਾਲ ਦੂਜੇ ਪਾਸੇ ਘਰ ਪ੍ਰਿਥੀ ਚੰਦ ਹੈ, ਤੇ ਪ੍ਰਿਥੀ ਚੰਦ ਦੀ ਘਰਵਾਲੀ ਨੇ ਦੇਖਿਆ ਵੀ ਇਤਨੇ ਕੀਮਤੀ ਵਸਤਰ, ਚਮਕਾਰਾਂ ਪੈਂਦੀਆਂ ਧੁੱਪ ਦੇ ਕਾਰਨ ਸੋਨੇ ਦੀਆਂ, ਤੇ ਕੁਦਰਤੀ ਘਰ ਵਿਹੜੇ ਵਿੱਚ ਪ੍ਰਿਥੀ ਚੰਦ ਆ ਗਿਆ। ਕਹਿਣ ਲੱਗੀ ਜੇ ਤੂੰ ਗੁਰੂ ਬਣਦਾ, ਗੁਰੂ ਪਿਤਾ ਦੇ ਸੇਵਾ ਕਰਦਾ ਤੇ ਗੁਰਤਾ ਗੱਦੀ ਤੈਨੂੰ ਮਿਲਦੀ, ਅੱਜ ਜਿਹੜੀਆਂ ਕੀਮਤੀ ਵਸਤੂਆਂ ਉਹ ਦੇਖ ਕਿਵੇਂ ਚਮਕਦੇ ਆ ਕੱਪੜੇ, ਇਹ ਸਾਰੀਆਂ ਕੀਮਤੀ ਚੀਜ਼ਾਂ ਸਾਨੂੰ ਮੈਨੂੰ ਮਿਲਦੀ। ਔਰ ਪ੍ਰਿਥੀ ਚੰਦ ਦੇ ਦਿਮਾਗ ਵਿੱਚ ਜੋ ਪਹਿਲਾਂ ਚੱਲ ਹੀ ਰਿਹਾ ਸੀਗਾ, ਕਹਿੰਦਾ ਫਿਰ ਕੀ ਹੋ ਗਿਆ, ਇਹਨਾਂ ਨੇ ਮਰ ਜਾਣਾ, ਇਹਨਾਂ ਦੇ ਕਿਹੜਾ ਕੋਈ ਬੱਚਾ ਹੋਇਆ, ਇਹ ਮੁੜ ਕੇ ਸਾਰਾ ਸਮਾਨ ਆਪਣਾ ਹੀ ਹੈ, ਆਪਣਾ ਪੁੱਤਰ ਮਿਹਰਬਾਨ ਗੱਦੀ ਦਾ ਮਾਲਕ ਬਣੇਗਾ। ਉਸ ਘਰ ਦੇ ਵਿੱਚ ਕੰਮ ਕਰਨ ਵਾਲੀ ਬੀਬੀ ਨੌਕਰਾਣੀ ਦੇ ਕੰਨ ਵਿੱਚ ਇਹ ਗੱਲ ਪਈ ਤੇ ਉਹਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਵੀ ਦੇਖੋ, ਜੇ ਬੱਚਾ ਨਾ ਹੋਵੇ ਇੱਕ ਭਰਾ ਦੇ ਦੂਜੇ ਪਾਸੇ, ਤੇ ਦੂਸਰੇ ਪਾਸਿਓਂ ਕਿਹੋ ਜਿਹੀਆਂ ਸੋਚਾਂ ਚੱਲ ਪੈਂਦੀਆਂ। ਉੱਥੇ ਤਾਂ ਉਹਨੇ ਕੁਛ ਨਾ ਕਿਹਾ ਤੇ ਘਰ ਨੂੰ ਜਾਣ ਲੱਗੀ। ਸ਼ਾਮਾਂ ਨੂੰ ਮਾਤਾ ਗੰਗਾ ਜੀ ਦੀ ਸੇਵਾਦਾਰਨੀ ਉਹ ਵੀ ਘਰ ਨੂੰ ਜਾਣ ਲੱਗੀ। ਦੋਨੇ ਰਾਹ ਇਕੱਠੀਆਂ ਹੋ ਗਈਆਂ। ਜਦ ਇਕੱਤਰ ਹੋਈਆਂ ਤਾਂ ਗੱਲ ਚੱਲ ਪਈ, ਕਿੱਥੇ ਪਚਦੀ ਆ। ਗੱਲ ਵੀ ਬਹੁਤ ਛੋਟੀ ਨਹੀਂ ਹੈਗੀ, ਇਹ ਬਹੁਤ ਵੱਡੀ ਗੱਲ ਹੈ। ਕਹਿਣ ਲੱਗੀ ਕੁੜੇ ਕੀ ਦੱਸਾਂ, ਸ਼ਰੀਕ ਹੀ ਹੁੰਦਾ। ਕੀ ਹੋ ਗਿਆ ਅੱਜ ਕਿਤੇ ਤੁਸੀਂ ਉਹ ਵਸਤਰ ਸੁਪਨੇ ਪਾਸੀ ਉੱਤੇ ਰੇਸ਼ਮੀ ਕੱਢੇ ਹੋਏ, ਹਾਂ ਉਹਨਾਂ ਨੂੰ ਦੇਖ ਕੇ ਕਰਮੋ ਕਹਿੰਦੀ ਜੇ ਤੂੰ ਆਪਣੇ ਪਿਤਾ ਦੀ ਸੇਵਾ ਕਰਦਾ ਤੇ ਉਹ ਗੱਦੀ ਤੈਨੂੰ ਦਿੰਦੇ ਤੇ ਆ ਕੀਮਤੀ ਵਸਤੂਆਂ ਨੂੰ ਮੈਂ ਮਾਣਦੀ, ਤੇ ਉਹ ਅੱਗੋਂ ਕਹਿੰਦਾ ਫਿਰ ਕੀ ਹੋ ਗਿਆ, ਇਹਨਾਂ ਦੇ ਕਿਹੜਾ ਕੋਈ ਬੱਚਾ ਹੋਇਆ, ਇਹਨਾਂ ਨੇ ਮਰ ਜਾਣਾ ਤੇ ਮੁੜ ਕੇ ਆਪਣਾ ਹੀ ਹੈ ਸਾਰਾ ਕੁਛ। ਬਾਣੀ ਨੇ ਇਸ ਵਿਸ਼ੇ ਦੇ ਵਿੱਚ ਬਹੁਤ ਸਾਰੇ ਵਚਨ ਲਿਖੇ ਆ। ਮਨੁੱਖ ਦੇ ਪਰਥਾਏ ਆਵਰ ਤਿਆਗ ਆਵਰ ਮਰਤ ਮਾਇਆ ਮਨ ਤੋਲੇ, ਇੱਕ ਮਰ ਰਿਹਾ ਹੈ ਤੇ ਦੂਜਾ ਕਹਿੰਦਾ ਹੁਣ ਇਹ ਸਮਾਨ ਮੇਰਾ ਹੋ ਗਿਆ। ਉਸ ਤੋਂ ਪਹਿਲਾਂ ਉਹ ਕਿਸੇ ਹੋਰ ਦਾ ਸੀ, ਉਹਦੇ ਨਾਲ ਵੀ ਨਹੀਂ ਗਿਆ। ਆਵਰ ਮਰਤ ਮਾਇਆ ਮਨ ਤੋਲੇ ਤੋਂ ਭਗ ਮੁਖ ਜਨਮ ਵਿਗੋਵੈ, ਫਿਰ ਉਹ ਜਨਮ ਦੇ ਚੱਕਰਾਂ ਵਿੱਚ ਪੈਂਦਾ, ਮਰਨ ਦੇ ਚੱਕਰਾਂ 'ਚ ਪੈਂਦਾ, ਜਿਹੜਾ ਦੂਜੇ ਦੇ ਸਮਾਨ ਤੇ ਨਿਗਾਹ ਰੱਖਦਾ। ਹੁਣ ਕੀ ਹੋਇਆ, ਜਦੋਂ ਇਸ ਬੀਬੀ ਨੇ ਸਾਰੀ ਗੱਲ ਨੌਕਰਾਂ ਦੱਸੀ ਤੇ ਉਹਦੇ ਵੀ ਕਿਹੜਾ ਪਚਣੀ ਸੀ ਵਿਚਾਰੀ, ਸਾਰੀ ਰਾਤ ਉਹ ਵੀ ਸੋਚਾਂ 'ਚ ਡੁੱਬੀ ਰਹੀ। ਤੇ ਤੜਕੇ ਜਿਸ ਵੇਲੇ ਉਹ ਘਰ ਆਈ ਮਾਤਾ ਗੰਗਾ ਜੀ ਦੀ ਸੇਵਾ 'ਚ, ਕੰਮਕਾਰ ਤੋਂ 10 ਮਿੰਟ ਵਿਹਲੇ ਹੋ ਕੇ ਬੈਠੇ ਤੇ ਕਹਿਣ ਲੱਗੀ ਮਾਤਾ ਜੀ ਕੱਲ ਤਾਂ ਮੈਨੂੰ ਬਹੁਤ ਮਾੜੀ ਗੱਲ ਸੁਣਨ ਨੂੰ ਮਿਲੀ। ਕਿਵੇਂ? ਤੁਹਾਡਾ ਵੱਡਾ ਜੇਠ ਪ੍ਰਿਥੀ ਚੰਦ ਕਰਮੋ ਉਹ ਏਦਾਂ ਗੱਲਾਂ ਕਰਦੇ ਸੀਗੇ ਆਪਣੇ ਕੱਪੜਿਆਂ ਨੂੰ ਦੇਖ ਕੇ। ਕਰਮੋ ਕਹਿੰਦੀ ਜੇ ਤੂੰ ਸੇਵਾ ਕਰਦਾ ਗੁਰੂ ਰਾਮਦਾਸ ਜੀ ਦੀ ਤਾਂ ਗੱਦੀ ਆਪਾਂ ਨੂੰ ਮਿਲਦੀ, ਤੇ ਉਹ ਅੱਗੋਂ ਕਹਿੰਦਾ ਇਹਨਾਂ ਦੇ ਕਿਹੜਾ ਕੋਈ ਬੱਚਾ ਹੋਇਆ, ਇਹਨਾਂ ਨੇ ਮਰ ਹੀ ਜਾਣਾ, ਫਿਰ ਆਪਣਾ ਹੀ ਅਸਮਾਨ ਸਾਰਾ। ਪਰ ਗੁਰੂ ਅਰਜਨ ਦੇਵ ਜੀ ਨੇ ਇਸ ਵਿਸ਼ੇ ਤੇ ਕਦੇ ਸੋਚਿਆ ਹੀ ਨਹੀਂ ਸੀ, ਨਾ ਮਾਤਾ ਗੰਗਾ ਜੀ ਦਾ ਖਿਆਲ ਸੀ ਇਸ ਵਿਸ਼ੇ ਤੇ ਕਦੇ। ਜਦੋਂ ਵੀ ਪ੍ਰਿਥੀ ਚੰਦ ਆਪਣੇ ਪੁੱਤਰ ਮਿਹਰਬਾਨ ਨੂੰ ਲੈ ਕੇ ਆਉਂਦਾ ਤੇ ਗੁਰੂ ਪਾਤਸ਼ਾਹ ਜੀ ਖਜ਼ਾਨੇ ਵਿੱਚੋਂ ਕਦੇ ਉਹਨੂੰ ਕੜੇ ਬਣਵਾ ਦੇਣੇ, ਕਦੇ ਕੁਛ ਬਣਵਾ ਦੇਣਾ। ਉਸ ਬੱਚੇ ਦੇ ਲਾਡ ਪਾਲ ਪੂਰੇ ਕਰਦੇ ਸਤਿਗੁਰੂ ਅਰਜਨ ਦੇਵ ਜੀ ਪਿਆਰ ਕਰਦੇ। ਉਹਦਾ ਇਹ ਖਿਆਲ ਸੀ ਕਿ ਇਹਨਾਂ ਦੇ ਬੱਚਾ ਨਹੀਂ ਹੋਣਾ ਤੇ ਆਪਣਾ ਹੀ ਹੈ ਸਭ ਕੁਝ।
जिस वेले ये गल माता गंगा जी नूं दसी ते उन्हां दे दिल ते बहुत बड़ी सट बजी भी सो असीं की सोचदे हैं की सोचदे हैं, चलो मरना तो सब नहीं है समय नाल, पर ऐदां दी सोच। शामां तक माता जी का भी जी ना लग्या घर विच। जदों शामां नूं सतगुरु श्री गुरु अर्जन देव जी घर आए, पुछया उन्होंने गंगा की हो गया, उदास बैठे हो? नहीं महाराज कुछ नहीं होया। नहीं कुछ तो होया दसो। कहते हुण अपने शरीक तुहाडा भाई वड्डा शरीक बन गया, ऐदां सोचदा है कि तुसीं इन्नियां संगतां नूं दातां बख्शदे हो ते मेरे ते भी किरपा करो, एक पुत्र दी दात चाहीदी आ। ओ सतनाम सी। जिथे इन्नियां संगतां नूं तुसीं दातां बख्शदे हो, साडे ते भी किरपा करो। ते उस वेले सतगुरु श्री गुरु अर्जन देव महाराज जिन्हां जी दा मकसद है संसार नूं सुख देना, केवल अपने परिवार नाल नहीं जुड़े हुए, दसे ही गुरुआं दे जीवन चों पढ़ लो। चाहे छेवें पातशाह जी ने माता दमोदरी दे बीबी बीरो दे ब्याह च बने लड्डू संगतां नूं नाश पाउण ते छेवें पातशाह ने कहा जे साडियां संगतां नहीं खा सकदियां ते फिर बरात भी नहीं खा सकदी, ये मुगलां दे पैरां हेठां रुलणगे। उही गल होई, पहली जंग बीबी बीरो के ब्याह तो पहले ही हो गई, तो लड्डू सारे बरान होए। सतवें पातशाह जी ने अपने पुत्र राम राय नूं इस गल तो त्याग दिता कि उसने गुरता गद्दी के उपर विराजमान होने वाली गुरबाणी का शब्द बदलिया। को सतनाम सी। इस करके गुरु सब का साझा है, सतगुरु नूं ना कोई अपना ना कोई बगाना। 10वें पातशाह की गल करिए ते दया सिंह वड्डे साहिबजादियां ने थोड़ा वस्त्र पाउण लग्या, शहीद होया ते जंग के मैदान चमकौर की गढ़ ते पातशाह कहते झक ला इन्हां नूं, जां तां सारियां ते कपड़ा पा नहीं ते इन्हां नूं भी इदां ही रहण दे। को सतनाम सी। भाव गुरुआं नूं सारे प्यारे हैं। हुण इत्थे सतगुरु अर्जन देव महाराज जी ने एक आउण वाले समय वास्ते नवीं नीहां भी पाउणीआं, नवीं रीतां भी चलाउणीआं। उन्होंने ये तुरंत नहीं कह दिता कि ठीक है गंगा तेनों पुत्र की एक की दो हो जाएंगे, ऐसा नहीं कहा। उन्होंने वही कहा जो आने वाले समय में प्रचलित होना सी। कह लगे गंगा ये दाता दा संगतां सेवा करके लैंदी है, तो तू भी लैनी है, तेनों भी सेवा करनी पैनी है। महाराज दसो की सेवा लाओ। देखो मैं किते दो गुरुआं दे दर्शन, एक तो नाना गुरु अमरदास जी, एक पिता गुरु रामदास जी। गुरु नानक के घर में अज जो सब तो महान कोई है वड्डा है जो है बाबा बुढ़ा। बाबा बुढ़ा जी ने 5 गुरुआं के दर्शन कर लिया। जे तुसी उन्हां नूं प्रशादा पानी छका के उन्हां दी सेवा करके उन्हां नूं खुश कर लो ते जे वो तुहानूं वर दे देण ते फिर तुहाडे पुत्र हो सकदा है। ये सेवा तो असीं कल नूं कर लांगे महाराज, ठीक है कल नूं कर लो। दूजे दिन माता गंगा जी उठे, इशनान आदि किया, नवे धोते वस्त्र पहने और बस जिहड़ा है भोजन तैयार करन लगे। हुण बाबा बुढ़ा जी भीड़ विच खेतां विच काम करदे आ, कराउंदे आ, नाल मजदूर रखे हुंदे आ, सेवादार हुंदे आ। बाबा बुढ़ा जी मुखी है इस घर दे, सारी सेवा संभाल करते हैं, पहले पातशाह तो लैके चलते आ रहे हैं। ते माता जी ने कहते भोजन तैयार किया, नाल सेवादार बीबियां लग गई। माता जी असी करांगे, क्योंकि एक प्यार हुंदा है गुरुआं दे नाल। जिस वेले माता जी प्रशादा लैके जान लगे तो संगत नाल तैयार हो गई, असी भी चलांगे असी भी चलांगे। ते प्रशादा गड्डे च रख लिया। गड्डे च रखण तो बाद सिख संगतां माइयां बीबियां नाल तैयार हो गई, गड्ढा तोड़ लिया और गड्ढे में चलाउण वाला बलदां नूं हकदा जा रहा है। ते जद गड्ढा भजदा है ते धूड़ां उड़दियां, बलदां दे पैरां नाल धूड़ां उड़दियां। ते जिस वेले खेतां दे विच बीड़ दे विच नेड़े पहुंचे कि बाबा बुढ़ा जी दे नाल एक सेवादार एक सिख है जां मजदूर है, वो नाल काम करा रहा कहीं कसौली का खेतीबाड़ी का। स्वै सुभाव के बाबा जी ने पूछ लिया उस साथी नूं, यार कौन है, धूड़ा उड़दियां आउंदियां है। उस
सेवादार ने या सिख ने दूरों निगाह नाल देखिया भी ये तो गुरु क्या दी जी संगत आ रही है, विच माता गंगा जी है, तो कह लगे तो गुरु के आ रहे हैं। अच्छा इतने गड्ढा नेड़े पहुंच गया, गड्ढे चो उतरे, बाबा बुढ़ा जी के नेड़े पहुंचे, सहज सुभावक बाबा जी कह लगे अज गुरु क्या किवें भाजना पईयां आउंदियां। ओ सतनाम सारी संगत का जिहड़ा उत्साह बनिया सी खत्म हो गया भी आह की गल करती बाबा जी ने, असीं तां वचन लैण आए सीगे, ये अगों भाजना दे वचन हो गए। असल दे विच सतगुर जो करदा है ठीक ही करदा। अज बाद च पता लग्या ना भी उस वचन ने भी काम करना सीगा। भावें कि जाके संगत ने बेनती की बाबा जी संत गुरु अर्जन देव जी ने इस करके भेजिया सीगा बई सतगुरां दे घर सपुत्र की दात नहीं है और सानू गुरता गद्दी का मालक चाहिदा है। ते बाबा बुढ़ा जी कहने भलिओ मैं तो गुरु नानक के घर का घाह ही भला, मेरे को की है, तुसीं गुरु अर्जन देव जी को बेनती करनी सी ना, वो सबनों दातां बख्शदे आ। नहीं नहीं माफ करना, प्रशादा पानी छकाता पर उस तरह वापस आ गए। तो नाले मन में एक ख्याल है भी ये की वचन होया गुरु के नूं भाजना पईयां आउंदियां, ये भी वरतेगा क्योंकि बाबे बुढ़े दे वचन जिहड़ी है तीहो काल सत है। साध जे बोले सहज सुभाए, साध का बोलिया बिरथा न जाए। इत्थे मैं तुहानूं होर नाल जुड़दी साखी दस देवां। वो जिहड़ा सिख सीगा जदों बाबा ने कहा ना कि वे भाजना पईयां आउंदियां, वो टेढ़ा दा झाके जिवें मूँह दे विच आपां बोलदे आ फिर कहंदे घुड़ घुड़ करना ते घट्टो घट मंगण वाला लिबास पहन के जाइए। को सब तो मंगण गई सीगी कि हो गई मैथों तुसीं कहता ते जे मैं सूर बन गया मेरा की बनूगा। कहते गुरु अर्जन देव जी का पुत्र तेरा उद्धार करेगा। हुण कहो सतनाम सूर तो बनने पैने, तो वचन हो गया। हुण ते उत्थों वापस मुड़े आए। गुरु अर्जन देव महाराज जी ने आखिरी दरबार साहब चो वापस आके पूछया किवें गंगा फिर की बनिया। महाराज बनना की सीगा, असीं तां काम सवारन दी बजाय बिगाड़ के आ गए। बिगाड़ के आ गए वो किवें? जद असीं प्रशादा लैके उत्थे पहुंचे बाबा जी पातशाह कि अगों बाबा बुढ़ा जी वेख के कहंदे अज गुरु कहने किवें भाजना पईयां आउंदियां, तूं इदां किदां गए सी तुसीं? गंगा जी कहंदी प्रशादा तैयार किया ते नाल काफ़ी बीबियां तैयार करी, असीं भी जावांगे असीं जावांगे, सारे तैयार हो गए। तो फिर असीं गड्ढे जावा चले गए। जब जाके उतरे तो बाबा जी ने इदां कहा किवें ठीक हो सकता है। तो उस वेले फिर धन धन श्री गुरु अर्जन देव महाराज जी कहंदे गंगा जी तड़के उठ के प्रशादा तैयार करो आपदे हथीं, मिस्से प्रशादे जिवें खेतां जांदा प्रशादा लस्सी दही गंढा चटनी चाह चूर वगैरह लैके इस तरह तुसीं जाना और आपदे सिर ते रख के ले जाना प्रशादा, नंगे पैरी जाना। फिर दातां मिलदियां, संगत सेवा करदी है तां लैंदी है, एवें नहीं मिलदियां। ये सेवा दे विचों किसे नूं सेवा नहीं देनी। ये तैनूं चाहीदी है, तैनूं करनी पैनी है। कह लगे जी ठीक है। माता जी ने उस तरह किया। जदों हथी चक्की ते छोले ते कणक मिक्स करके पीसन लगे तो संगतां फिर कहंदियां माता जी सानू फड़ाओ चक्की घुमा देने। कहते नहीं भाई ये मैनू सेवा लगी है तो मैं ही करनी। सारा प्रशादा तैयार करके टोकरी च रख लिया जिवें खेतां च लैके जांदे आ पिंडां च। हुण नाल दो बीबियां तुर पईयां जिहड़ियां खास सेवादारनियां नाल जांदियां, वो कहंदियां माता जी सानू टोकरी चका दिओ। कहते नहीं एक बार सानू कहता कि मैनू सेवा लगी है, मैनू चाहिदी है, मैनू करनी पैनी। आपे सेवा लायन आपे बख्श करे, सबना का मापिओ आपे आपे साथ। चलो खैर बीबियां नाल तुरदियां रहियां। माता जी नंगे पैरी श्री अमृतसर साहिब गुरुद्वारा गुरु के महलां तो चल के वीर बाबा बुढ़ा जी जिथे उन्हां दा स्थान बनिया हुण बहुत महान उत्थे पहुंचे तुर के। ते जिस वेले माता जी खेतां विच पहुंचे, अज भी बाबा बुढ़ा जी इस तरह खेतीबाड़ी का काम कर रहे हैं कहीं कसौली का। ते जदों माता जी नूं इदां आउंदे देखिया ते बाबा बुढ़ा जी ने रख के हाथ वाला हथियार कहीं कसौली जो भी हथ सीगे माता जी के कोल आ गए।
सिर तो टोकरी ला ली। वाह माता जी, बड़ी भुख लगी सीगी। ये तो मावां नूं पुत्तां दीयां भुखां दा पता है। बहुत भुख लगी सी। दो अर्थ है इहदे च, एक पुत्त दी भुख, बच्चे दी भुख, ते एक मानो बाबा बुढ़ा जी खेतीबाड़ी करदे भुख लगी। कहंदा मैनूं भुख बहुत लगी सी माता जी, आ तां बड़ा शुक्रिया, तू मेरी मां है। मावां नूं ही पुत्तां दी भुख दा पता। इन्ना कह के टोकरी ला के जो दरख्त है नेड़े टाली आदि जो भी ਉਹਦੇ ਹੇਠਾਂ रख लिया। फिर हथ साफ किए। फिर माता जी उत्थे सेवकों वांगू अगे बैठ के चौंकड़ा मार के अपने हथी टोकरी चो प्रशादा पानी चक्या, बाबा जी के हथां ते रखे, और जो भी नाल छकण वास्ते है लस्सी मखनी अचार गंढा आदि वो सब कुछ पातशाह नूं फड़ाया। और नाल ही बेनती की, बाबा जी तुहानूं पता ही है सानू गुरता गद्दी का मालक चाहिए। प्रशादा छकण तो पहला गंढा, अजकल तो चाकू आ गए, खेतों में तो अज भी चाकू नहीं वरत्या जाता, बस गोडे ते रख के मुक्की मारो ते भन के खा लो। वो स्वाद भी अलग ही होंदा खेतों वाली भोजन का, कौन सतनाम सी। ते बाबा जी ने कहते जब गंढा खाण वास्ते गोडे ते रख के मुक्की मारी ना, ਉਹਦੇ ਵਿੱਚੋਂ घनेल एक निकल के ते जा पई, ते उधरों बदल गरजे, बिजली गरजी। मानो कुदरत भी कहती है कि बाबा बुढ़िया बोल हुण जरूरी है ये काम, हो सकना कुदरत भी नाल है। ते बाबा बुढ़ा जी कहते माता जी तुहाडे घरे तां ऐसा जोधा पुत्र पैदा होवेगा जिहड़ा मुगलों ने सिर ऐदा मुक्की मार के फेरिया करेगा, हो सकना जिवें असीं गंढा भन्नी। और बचन हो गए सतगुरां दे। परिवार दे लई बाबा बुढ़ा जी वालों प्रशादा पानी छकिया और माता जी बड़े खुश है। संगत नूं भी पता लग्या कि बहुत खुशी हुई भी हुण इस घर के अंदर भी वो पुत्र की दात आवेगी। तो समा आया, सतगुर साचा दिया भेज, आपां बचन पढ़िया गुरबाणी चों। ये बचन गुरु अर्जन देव जी ने उदों ही उचारिया रचिया जिस वेले सतगुरु हरगोबिंद साहब जी के मातलोक विच आउण दी संभावना बन गई। उधरे माहे आए किया निवास, माता कै मन बहुत विकास। बड़ी खुशी हुई, सारियां नूं खुशी। उस तो बाद भी माता गंगा जी प्रशादे पानी सेवा बाबा बुढ़ा जी लई भेजते रहे या आप जाके करते रहे। खैर इधर तां पुत्र दे आउण दा समा हो गया। उधर जिहड़ा पृथ्वी चंद सी गुरु प्यारो वो गद्दी वास्ते हथ पैर मार रहे हैं। हुण उसने किते उस इलाके विच आया है सुली खान जहांगीर का जरनैल, वो भाला मामला इकट्ठा करना है। तो हुण संसार जिहड़ा है ना वो अपने हकों के वास्ते सरकारां दे कोल जांदा है, भज दौड़ करदा है। शायद पृथ्वी चंद भी आ गुरता गद्दी जो निरंकार ने देनी है ये लैण वास्ते सरकारां दे पैरी पैंदा फिर, मैनूं गद्दी दवाओ, मेरा हक बनदा, मैं वड्डा पुत्र हाँ। सुली खान दे नाल गंढ तुप कर लई, कहन लग्या तू मैनूं गद्दी दवा। पगवट भरा बन के दोने जने एक दूजे, मैं तैनूं बहुत खुश करूंगा, बेअंत माया देऊंगा। आपदे जने गुरु की ताकत है नहीं, वर भी दिंदा उसनूं तरह तरह दे। सुली खान कहन लग्या हुण तां मैं आया होर काम, मैं दोबारा फौज लेके आऊँगा। कहन लग्या बस इन्हां दोवां नूं लै जा इत्थों और इन्हां नूं कैद कर दे ते मैनूं गद्दी आपे मिल जानी है, लोग मैनूं मत्था टेकणगे जद होर कोई होना ही नहीं। को सतनाम। पर संगत भी सियाणी है गुरु की। सुली खान दोबारा किसी ढंग नाल आया लैके फौज, ते इधर गुरु साहब नूं पता लग्या, सिख संगतां ने जसूसां ने किसी ने दस दिता। सतगुरु अर्जन देव महाराज जी कहन लगे गंगा आपां इत्थों चलीए। को सतनाम। वो जिहड़ा पहला वचन होया ना गुरु के नूं किवें भाजना पईयां आउंदियां। जिमीदार फसल बीजण तो पहला उहदी राखी का इंतजाम भी करदा। को सतनाम सी। और गुरु अर्जन देव ते माता गंगा जी इत्थों वो संगत समेत गड्डियां ते लोड़ी का समान लदिया ते गुरु की बडाली जा उतरे। को सतनाम। उत्थे रहन लगे। इधरों किते सुली खान पहुंचया
ਪ੍ਰਿਥੀ ਚੰਦ ਨੂੰ ਮਿਲਿਆ, ਪੁੱਛਿਆ ਕਿੱਥੇ ਰਹੋ, ਉਹ ਕਹਿੰਦਾ ਉਹ ਭੱਜ ਕੇ ਡਰਦੇ, ਉਹ ਸੁੱਤ ਡਰਦੇ ਭੱਜ ਕੇ, ਚਲੋ ਛੱਡੋ ਹੁਣ ਉਹਨਾਂ ਦੇ ਮਗਰ ਕੀ ਜਾਣਾ। ਸੁਲੀ ਖਾਨ ਨੂੰ ਪੁੱਠਾ ਮੋੜਤਾ ਉਹਨੇ, ਕਹੋ ਸਤਨਾਮ। ਪਰ ਇਹ ਵੀ ਅਕਾਲ ਪੁਰਖ ਨੇ ਹੁਕਮ ਪਹਿਲੇ ਕਰਵਾਤਾ ਸੀ, ਬਾਬੇ ਬੁੱਢੇ ਡਰ ਕੇ ਥੋੜਾ ਗਏ ਸੀਗੇ। ਭਾਵ ਗੁਰੂ ਅਰਜਨ ਕਹਿਤਾ ਸੀ ਕਿ ਇਹ ਬਚਨ ਪਹਿਲਾਂ ਪੂਰਾ ਹੋਊਗਾ ਸਾਹਿਬਜ਼ਾਦੇ ਦੇ ਆਉਣ ਤੋਂ, ਕਹੋ ਸਤਨਾਮ। ਗੁਰੂ ਕੀ ਬਡਾਲੀ ਜਾ ਕੇ ਸਾਹਿਬਜ਼ਾਦੇ ਦਾ ਜਨਮ ਹੋ ਗਿਆ ਅੱਜ ਦੇ ਦਿਨ ਤੇ। ਉਧਰ ਨਗਾਰੇ ਵੱਜੇ, ਢੋਲ ਵੱਜੇ, ਵਧਾਈਆਂ ਮਿਲਦੀਆਂ, ਸਿੱਖ ਸੰਗਤਾਂ ਸਖੀਆਂ ਆਨੰਦ ਮੰਗਲ ਗਾਵੇ। ਅਗਲੇ ਸ਼ਬਦ ਵਿੱਚ ਲਿਖਿਆ ਪਾਤਸ਼ਾਹ ਨੇ, ਸਖੀ ਮੰਗਲ ਆਨੰਦ ਗਾਵੇ। ਸਾਰੀਆਂ ਸੰਗਤਾਂ ਖੁਸ਼ ਹੈ ਤੇ ਉੱਥੋਂ ਦੀਆਂ ਆਵਾਜ਼ਾਂ ਅੰਮ੍ਰਿਤਸਰ ਵੀ ਪਹੁੰਚਣੀਆਂ ਸੁਭਾਵਿਕ ਹੈ। ਪ੍ਰਿਥੀ ਚੰਦ ਦੇ ਕੰਨਾਂ 'ਚ ਪਈਆਂ। ਕਰਮੋਂ ਨੂੰ ਪਤਾ ਲੱਗਿਆ ਵੀ ਉਹਨਾਂ ਦੇ ਪੁੱਤਰ ਹੋ ਗਿਆ, ਤੇ ਕਰਮੋਂ ਕਹਿੰਦੀ ਤੂੰ ਤਾਂ ਕਹਿੰਦਾ ਸੀ ਉਹਨਾਂ ਦੇ ਪੁੱਤਰ ਨਹੀਂ ਹੁੰਦਾ, ਇਹਨਾਂ ਨੇ ਮਰ ਜਾਣਾ, ਸਾਰਾ ਸਮਾਨ ਆਪਣਾ ਹੀ ਆ, ਉਹਨਾਂ ਦੇ ਪੁੱਤਰ ਹੋ ਗਿਆ, ਵਧਾਈਆਂ ਮਿਲੀ ਜਾਂਦੀਆਂ ਬਡਾਲੀ 'ਚ। ਉਹ ਕਹਿੰਦਾ ਫਿਰ ਕੀ ਹੋ ਗਿਆ, ਮਾਰ ਦੇਣਗੇ ਆਪਾਂ, ਕਹੋ ਸਤਨਾਮ। ਮਰਵਾ ਦਿਆਂਗੇ, ਹਜੇ ਕੀ ਹੈ, ਜਨਮ ਹੀ ਹੋਇਆ। ਉਹਨੂੰ ਫਿਰ ਖੁਸ਼ੀ ਦੇਤੀ ਮਾੜੀ ਝੂਠੀ ਜੀ। ਹੁਣ ਸਾਹਿਬਜ਼ਾਦੇ ਇੱਧਰ ਦਿਨੋਂ ਦਿਨ ਥੋੜਾ ਥੋੜਾ ਉਮਰ ਦੇ ਮੁਤਾਬਕ ਵਧਣ ਲੱਗੇ, ਵਿਹੜੇ 'ਚ ਰੁੜੇ ਫਿਰਦੇ ਆ, ਥੋੜੇ ਸਮੇਂ ਬਾਅਦ ਤੁਰਨ ਫਿਰਨ ਵੀ ਲੱਗੇ। ਤੇ ਇੱਧਰ ਇਹ ਵਿਉਂਤਾ ਬਣਾਉਣ ਲੱਗਿਆ ਕਿਵੇਂ ਹਰਗੋਬਿੰਦ ਨੂੰ ਮਾਰਿਆ ਜਾਏ, ਕਿਉਂਕਿ ਉਹਦਾ ਭਤੀਜਾ ਲੱਗਦਾ, ਮੇਰਾ ਸਤਿਗੁਰੂ ਹੈ, ਆਪਣਾ ਸਤਿਗੁਰੂ ਹੈ, ਕੋ ਸਤਿਗੁਰੂ ਉਹਦਾ ਭਤੀਜਾ ਲੱਗਦਾ, ਕਿਵੇਂ ਉਹਨੂੰ ਮਾਰਿਆ ਜਾਏ। ਇਹਨੂੰ ਇੱਕ ਜੋਗੀ ਮਿਲਿਆ, ਜੋਗੀ ਦੇ ਨਾਲ ਗੱਲ ਧੁੱਪ ਕੀਤੀ, ਕਹਿਣ ਲੱਗਿਆ ਮੈਂ ਤੈਨੂੰ ਬਹੁਤ ਸਾਰੀ ਮਾਇਆ ਦੇਵਾਂਗਾ, ਤੂੰ ਇੱਕ ਕੰਮ ਕਰ। ਵਡਾਲੀ ਦੇ ਵਿੱਚ ਜਿੱਥੇ ਮੇਰਾ ਭਰਾ ਗੁਰੂ ਅਰਜਨ ਦੇਵ ਰਹਿੰਦਾ ਨਾ, ਉਹਦੇ ਘਰੇ ਜਾ ਕੇ ਸੱਪ ਛੱਡ ਕੇ ਆ ਗਿਆ। ਕਹਿਣ ਲੱਗਿਆ ਠੀਕ ਆ। ਕਹਿੰਦੀ ਉਹ ਜੋਗੀ ਗਿਆ, ਸੱਪ ਫੜ ਲਿਆ ਕਿਤੋਂ, ਤੇ ਉਸ ਘਰ ਦੇ ਕੋਲ ਜਾ ਕੇ ਅੱਖ ਬਚਾ ਕੇ ਸਾਰਿਆਂ ਤੋਂ ਲੋਕਾਂ ਤੋਂ ਉਹਨੇ ਸੱਪ ਨੂੰ ਬੋਝ ਕੇ ਛੱਡ ਦਿੱਤਾ। ਤੇ ਸੱਪ ਜਿਹੜਾ ਹੁਣ ਲੁਕਣ ਵਾਸਤੇ ਥਾਂ ਭਾਲ ਜਾਂਦੇ ਨੇ ਧੁੱਪ ਦੇ ਵਿੱਚ, ਉਹ ਵਿਹੜੇ 'ਚ ਭੱਜਿਆ ਫਿਰਦਾ ਹੈ। ਤੇ ਉਧਰੋਂ ਸਤਿਗੁਰੂ ਹਰਗੋਬਿੰਦ ਸਾਹਿਬ ਵੀ ਵਿਹੜੇ 'ਚ ਖੇਡ ਰਹੇ ਸੀ, ਤੇ ਇਹਨਾਂ ਨੇ ਜਾ ਕੇ ਸੱਪ ਨੂੰ ਧੌਣ ਤੋਂ ਫੜ ਲਿਆ, ਕਹੋ ਸਤਨਾਮ। ਮੁੱਠੀ 'ਚ ਫੜ ਲਿਆ, ਮੂੰਹ ਬਾਹਰਲੇ ਪਾਸੇ ਆ, ਬੱਚਿਆਂ ਦੀਆਂ ਖੇਡਾਂ ਦੀ ਤਰ੍ਹਾਂ ਉਸ ਨੂੰ ਫੜ ਕੇ ਧਰਤੀ ਤੇ ਘਸਾਉਣ ਲੱਗੇ, ਕਹੋ ਸਤਨਾਮ। ਘਸਾਉਂਦਿਆਂ ਘਸਾਉਂਦਿਆਂ ਉਹਦਾ ਮੂੰਹ ਘਸਾਟਾ ਸਾਰੇ ਦੰਦ ਉਹਦੇ ਘਸ ਕੇ ਫੁੱਟ ਗਏ। ਤਾਂ ਗੁਰੂ ਪਿਆਰਿਓ, ਮਾਤਾ ਗੰਗਾ ਜੀ ਕਿਤੇ ਅੰਦਰੋਂ ਨਿਕਲੇ, ਪੁੱਤਰ ਦੇ ਹੱਥ ਵਿੱਚ ਫੜਿਆ, ਸੱਪ ਉਹ ਰਗੜੀ ਜਾਂਦੇ ਆ, ਭੱਜ ਕੇ ਆ ਕੇ ਸੱਪ ਹੋ ਕੇ ਸਿੱਟਿਆ, ਸਰੀਰ ਦੇਖਿਆ ਕਿਤੇ ਕੋਈ ਡੰਗ ਤਾਂ ਨਹੀਂ ਮਾਰਿਆ, ਚਲੋ ਸ਼ੁਕਰ ਹੈ ਬਚ ਗਏ, ਕੋਈ ਡੰਗ ਨਹੀਂ ਮਾਰਿਆ। ਵੈਸੇ ਜਾਂ ਕੋ ਰਾਖੇ ਸਾਈਆਂ ਤਾਂ ਕੋ ਮਾਰ ਨਾ ਸਕਿਆ ਕੋਈ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਉਸ ਸੱਪ ਦਾ ਖਾਤਮਾ ਹੋ ਗਿਆ। ਇਹਨੂੰ ਖਬਰ ਪਹੁੰਚ ਗਈ ਵੀ ਸੱਪ ਦੇ ਨਾਲ ਹਰਗੋਬਿੰਦ ਨੂੰ ਕੁਝ ਨਹੀਂ ਹੋਇਆ, ਹਰਗੋਬਿੰਦ ਨੇ ਸੱਪ ਨੂੰ ਮਾਰਤਾ, ਕਹੋ ਸਤਨਾਮ। ਫਿਰ ਸਮਾਂ ਬਤੀਤ ਹੁੰਦਾ ਗਿਆ, ਵਿਉਂਤ ਬਣਾਉਣ ਲੱਗਿਆ ਵੀ ਕੀ ਕੀਤਾ ਜਾਵੇ। ਇਸ ਨੇ ਕਦਾਈ ਨੂੰ ਬੰਨਿਆ, ਉਹਨੂੰ ਕਹਿਣ ਲੱਗਿਆ ਤੇਰਾ ਜ਼ਿੰਦਗੀ ਭਰ ਦਾ ਰਾਸ਼ਨ ਪਾਣੀ ਮੈਂ ਦੇਊਂਗਾ, ਤੂੰ ਮੇਰਾ ਮਾੜਾ ਜਿਹਾ ਕੰਮ ਕਰ। ਕਹਿੰਦੀ ਕੀ? ਕਹਿੰਦਾ ਤੂੰ ਜਾਣਾ ਬਡਾਲੀ, ਉੱਥੇ ਮੇਰੇ ਭਾਈ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਹੋਇਆ, ਤੇ ਤੂੰ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਜ਼ਹਿਰ ਖਵਾ ਕੇ ਆ, ਕਹੋ ਸਤਨਾਮ ਸਿੰਘ। ਕੋਈ ਮਗਰ ਲੱਗ ਗਈ, ਜਿਵੇਂ ਕ੍ਰਿਸ਼ਨ ਜੀ ਨੂੰ ਕੰਸ ਨੇ ਮਾਰਨ ਵਾਸਤੇ ਪੂਤਨਾ ਦਾਈ ਭੇਜੀ ਸੀ, ਉਹਦਾ ਵੀ ਇਹੀ ਸਿਸਟਮ ਸੀ। ਇਸ ਦਾਈ ਨੇ ਗੁਰੂ ਪਿਆਰਿਓ ਪ੍ਰਿਥੀ ਚੰਦ ਕੋਲੋਂ ਜ਼ਹਿਰ ਦੀ ਡਲੀ ਲਈ, ਉਹਨੂੰ ਰਗੜਿਆ, ਆਪਣੇ ਦੁੱਧਾਂ ਤੇ ਲਾ ਲਿਆ, ਲੇਪ ਕਰ ਲਿਆ ਉਹਨੂੰ ਮਾਸ ਦੇ ਉੱਪਰ। ਜਦ ਲੇਪ ਕਰ ਲਿਆ ਤੇ ਚਲੀ ਗਈ। ਗਾਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਕੱਲ ਦੇ ਰਿਹਾੜ ਕਰ ਰਹੇ ਆ, ਚੁੱਪ ਨਹੀਂ ਕਰ ਰਹੇ, ਜੇ ਬੱਚਾ ਰਿਹਾੜ ਕਰਦਾ। ਬੀਬੀਆਂ ਵਿਹੜੇ 'ਚ ਬੈਠੀਆਂ ਮੰਜੇ ਢਾ ਕੇ ਬਰਾਉਣ ਵਾਸਤੇ, ਉਹ ਚੁੱਪ ਨਹੀਂ ਕਰਦੇ। ਕਦੇ ਕੋਈ ਬੀਬੀ ਫੜਦੀ ਹੈ, ਕਦੇ ਕੋਈ ਬੀਬੀ, ਇਹ ਬੀਬੀ ਪਹੁੰਚ ਗਈ ਦਾਈ,
ਸ਼ਿੰਗਾਰ ਕਰਕੇ ਸਿਆਣੀਆਂ ਇਸਤਰੀਆਂ ਵਾਂਗੂ ਜਾ ਬੈਠੀ ਮੰਜੇ। ਕੀ ਹੋ ਗਿਆ ਭੈਣੇ? ਸਾਹਿਬਜ਼ਾਦਾ ਰੋਈ ਜਾਂਦਾ, ਕੋਲੇ ਕੀ ਦਸੀਏ, ਕੱਲ ਦਾ ਹਟਦਾ ਹੀ ਨਹੀਂ, ਨਾ ਮੈਨੂੰ ਫੜਾਓ, ਨਾ ਮੈਂ ਲੋਰੀ ਦੇਵਾਂ, ਮੈਂ ਭਲਾ। ਹੁਣ ਬਹਾਨਾ ਮਿਲ ਗਿਆ, ਤੇ ਬਹਾਨਾ ਵੀ ਹਰਗੋਬਿੰਦ ਸਾਹਿਬ ਨੇ ਆਪ ਹੀ ਬਣਾਇਆ ਉਹਦੇ ਕੋਲੇ ਪਹੁੰਚਣ ਦਾ। ਕੋਈ ਸਭ ਨਹੀਂ ਤਾਂ ਨਾ ਚੱਕਦੀ, ਨਾ ਉਹਨੂੰ ਕੋਈ ਫੜਾਉਂਦਾ। ਤੂੰ ਬੀਬੀ ਨੇ ਇੱਕ ਨੇ ਚੱਕ ਕੇ ਉਹਨਾਂ ਨੂੰ ਫੜਾਤਾ ਜਿਹਨੇ ਚੱਕਿਆ ਹੋਇਆ ਸੀ। ਉਹਨੂੰ ਏਦਾਂ ਲੋਰੀ ਦਿੰਦੀ, ਖੜੀ ਹੋ ਗਈ ਮੰਜੇ ਤੋਂ, ਇੱਧਰ ਉੱਧਰ ਹਲਾਉਂਦੀ ਉਸ ਨੂੰ। ਬੀਬੀਆਂ ਥੋੜੀ ਦੂਰ ਤੇ ਚਲੀ ਗਈ। ਦੂਰ ਤੇ ਜਾ ਕੇ ਉਸਨੇ ਆਪਣਾ ਜ਼ਹਿਰ ਵਾਲਾ ਦੁੱਧ ਜਿਹੜਾ ਸੀਗਾ ਸਾਹਿਬਜ਼ਾਦੇ ਦੇ ਮੂੰਹ 'ਚ ਪਾਤਾ। ਹੋ ਸਕਦਾ ਵੀ ਜ਼ਹਿਰ ਚੜ ਜਾਵੇਗਾ, ਪਰ ਹੋਇਆ ਇਹਦੇ ਉਲਟ। ਥੋੜੀ ਦੇਰ ਬਾਅਦ ਚੀਕਾਂ ਮਾਰਨ ਲੱਗੀ, ਬਚਾਓ ਬਚਾਓ। ਸਾਹਿਬਜ਼ਾਦੇ ਨੂੰ ਐਦਾਂ ਚੱਕਿਆ, ਇੱਕ ਹੱਥ ਸਾਹਿਬਜ਼ਾਦੇ ਦਾ ਗੁੱਤ ਨੂੰ ਪੈ ਗਿਆ ਤੇ ਦੂਜਾ ਹੱਥ ਕੱਪੜਿਆਂ ਨੂੰ ਪਿਆ ਹੋਇਆ, ਤੇ ਜਿਹੜਾ ਦੁੱਧ ਉਹਨਾਂ ਦੇ ਮੂੰਹ ਵਿੱਚ ਹੈ, ਉੱਥੋਂ ਦੀ ਸਾਹਿਬਜ਼ਾਦੇ ਨੇ ਇਹਦੀ ਜਾਨ ਖਿੱਚ ਲਈ। ਕੋ ਸਕਦਾ ਵੀ ਚੀਕਾਂ ਮਾਰਦੀ ਆ, ਬਚਾਓ ਮੈਨੂੰ, ਇਹਨੂੰ ਪਤਾ ਨਹੀਂ ਕੀ ਹੋਣ ਲੱਗਿਆ। ਸਤਿਗੁਰੂ ਜਾਣਦੇ ਆ ਉਹ ਕਲਾ ਨੂੰ, ਪਰ ਉਹ ਰੌਲਾ ਪਾਉਣ ਲੱਗੀ, ਮੈਨੂੰ ਬਚਾਓ ਬਚਾਓ ਬਚਾਓ, ਤੇ ਏਦਾਂ ਕਰਦੀ ਕਰਦੀ ਉਹ ਡਿੱਗ ਪਈ। ਜਦ ਡਿੱਗੀ, ਬੀਬੀਆਂ ਭੱਜੀਆਂ। ਮਾਤਾ ਗੰਗਾ ਜੀ ਨੇ ਭੱਜ ਕੇ ਪਹਿਲਾਂ ਉਹਦੇ ਤੋਂ ਸਾਹਿਬਜ਼ਾਦੇ ਨੂੰ ਚੱਕਿਆ, ਉਹਦੀ ਗੁੱਤ ਛਡਾਈ ਮਸਾਂ। ਉਹਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ। ਤਾਂ ਤੇ ਬਾਣੀ ਕਹਿੰਦੀ, ਪਰ ਕਾ ਬੁਰਾ ਨਾ ਰਾਖੋ ਚਿੱਤ, ਤੁਮ ਕੋ ਦੁੱਖ ਨਹੀਂ ਪਾਈ। ਸਾਡੇ ਕਰਮਾਂ ਦਾ ਹੀ ਫਲ ਸਾਨੂੰ ਮਿਲਦਾ। ਜਿਵੇਂ ਗੇਂਦ ਮਾਰੀਏ ਨਾ ਕੰਧ ਨਾਲ, ਜਿੰਨੀ ਤੇਜ਼ ਮਾਰਾਂਗੇ ਓਨੀ ਤੇਜ਼ੀ ਨਾਲ ਵਾਪਸ ਵੀ ਆਉਂਦੀ ਹੈ। ਕੋ ਸਤਨਾਮ ਸੀ। ਤਾਂ ਇਸ ਦਾਈ ਦਾ ਵੀ ਖਾਤਮਾ ਹੋ ਗਿਆ। ਮਾਤਾ ਗੰਗਾ ਜੀ ਨੂੰ ਬੜਾ ਫਿਕਰ ਹੋ ਗਿਆ ਵੀ ਇਹ ਕੀ ਬਣਿਆ। ਪਹਿਲਾ ਸੱਪ ਆ ਗਿਆ, ਹੁਣ ਇਹ ਦਾਈ ਆ ਗਈ, ਕੌਣ ਹੈ ਇਹ, ਵੀ ਕੌਣ ਹੈ? ਤੇ ਉਹ ਮਾਤਾ ਗੰਗਾ ਜੀ ਫਿਕਰ ਕਰਦੇ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਆਪਣੇ ਪਿੰਡ ਚਲੀਏ, ਇਹ ਬਗਾਨਾ ਪਿੰਡ ਹੈ, ਪਤਾ ਨਹੀਂ ਇੱਥੇ ਕੌਣ ਸਾਡੇ ਮਗਰ ਪਿਆ ਹੋਇਆ। ਚਲੋ ਸੱਪ ਦਾ, ਚਲੋ ਸੱਪ ਤਾਂ ਨਿਕਲ, ਧਾਤੀ ਸੱਪਾਂ ਦੀ ਹੈ, ਪਰ ਆਹ ਇਸਤਰੀ ਕੌਣ ਹੈ? ਜਦ ਬੀਬੀਆਂ ਨੇ ਤਲਾਸ਼ੀ ਲਈ ਤੇ ਉਹਦੇ ਸਰੀਰ ਤੇ ਜ਼ਹਿਰ ਲੱਗਿਆ ਦੇਖਿਆ। ਉਹ ਸਤਨਾਮ ਸੀ। ਇਹਦਾ ਜਾਣ ਬੁੱਝ ਕੇ ਕਿਸੇ ਨੇ ਭੇਜੀ ਲੱਗਦੀ, ਆਪਾਂ ਆਪਣੇ ਪਿੰਡ ਚੱਲੀਏ। ਧੰਨ ਗੁਰੂ ਆਏ ਨੇ ਕਹਿੰਦੇ ਠੀਕ ਆ ਗੰਗਾ, ਪਿੰਡ ਚੱਲਦੇ ਆ। ਜਦ ਪਿੰਡ ਆਏ ਤੇ ਪਿੰਡ ਜਦ ਆਏ, ਜਿੱਥੇ ਸਤਿਗੁਰਾਂ ਨੇ ਰਿਹਾਇਸ਼ ਸੀ ਉੱਥੇ ਆ ਕੇ ਰਿਹਾਇਸ਼ ਕੀਤੀ। ਪ੍ਰਿਥੀ ਚੰਦ ਵੀ ਆਥਰੇ ਜੇ ਮਿਹਰਬਾਨ ਨੂੰ ਚੱਕੀ ਪਹੁੰਚ ਗਏ। ਭਾਈ ਸਾਹਿਬ ਆ ਤਾਂ ਤੁਸੀਂ ਬੜੀ ਕਿਰਪਾ ਕੀਤੀ। 5 ਸਾਲ ਹੋ ਗਏ ਵਿਛੜਿਆਂ ਨੂੰ। ਸਾਹਿਬਜ਼ਾਦੇ ਉਸ ਦਿਨ 5 ਸਾਲ ਦੀ ਲਗਭਗ ਪਹੁੰਚ ਚੁੱਕੇ ਸੀ। 5 ਸਾਲ ਹੋ ਗਏ ਵਿਛੜਿਆਂ ਨੂੰ, ਤੁਸੀਂ ਜਾ ਕੇ ਭੁੱਲ ਹੀ ਗਏ। ਇਹਨੂੰ ਕਹਿੰਦੀ ਆ ਮੀਣਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਇਹ ਮੀਣਾ ਸੀ ਬੰਦਾ, ਭਾਵ ਅੰਦਰ ਹੋਰ ਸੀ, ਬਾਹਰ ਹੋਰ ਸੀ। ਭਾਈ ਗੁਰਦਾਸ ਨੇ ਇਹਨੂੰ ਮੀਣਾ ਕਿਹਾ। ਤੇ ਫਿਰ ਕੀ ਹੋਇਆ? ਭਾਵੇਂ ਗੁਰੂ ਪੁੱਤਰ ਹੈ ਪਰ ਸੋਚ ਮਾੜੀ ਹੈ। ਕੋ ਸਤਨਾਮ ਸੀ। ਤੇ ਬੰਦੇ ਦੀ ਸੋਚ ਤੇ ਕਰਮਾਂ ਤੇ ਡਿਪੈਂਡ ਕਰਦਾ ਹੈ ਕਿ ਬੰਦੇ ਦੀ ਸੋਚ, ਬੰਦੇ ਦੇ ਕੰਮ ਕਿਹੋ ਜਿਹੇ। ਗੁਰੂ ਘਰ ਦੇ ਵਿੱਚ ਵੀ ਆ ਕੇ ਕੁਝ ਬੱਚੇ ਲਾਹਾ ਨਹੀਂ ਖੱਟ ਸਕੇ। ਖੈਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਬੜੀ ਕਿਰਪਾ ਕੀਤੀ। ਹੁਣ ਸਮਾਂ ਬਤੀਤ ਹੁੰਦਾ ਗਿਆ। ਹਰਗੋਬਿੰਦ ਸਾਹਿਬ ਨੂੰ ਖੜਾਉਣ ਵਾਸਤੇ ਸਤਿਗੁਰਾਂ ਨੇ ਇੱਕ ਪੰਡਤਾਂ ਦਾ ਮੁੰਡਾ ਰੱਖ ਲਿਆ, ਬਈ ਤੂੰ ਇਹਨੂੰ ਖੜਾਇਆ ਕਰ। ਤੇ ਹਰਗੋਬਿੰਦ ਸਾਹਿਬ ਵੀ ਉਹਨੂੰ ਬੜਾ ਖੇਡਦੇ, ਬੜਾ ਪਿਆਰ ਕਰਦੇ। ਉਹ ਚੱਕ ਲੈਂਦਾ, ਇੱਧਰ ਉੱਧਰ ਘੁਮਾਉਂਦਾ ਉਹਨਾਂ ਨੂੰ, ਇੱਥੋਂ ਤੱਕ ਕਿ ਉਹ ਸੁਬਾਹ ਸ਼ਾਮ ਦਾ ਪ੍ਰਸ਼ਾਦਾ ਵੀ ਆਪਣੇ ਹੱਥੀਂ ਛਕਾਉਣ ਲੱਗ ਪਿਆ। ਦਹੀਂ ਖਵਾਉਣੀ, ਦੁੱਧ ਪਿਆਉਣਾ। ਇੱਕ ਦਿਨ ਇਹਨੂੰ ਘੇਰ ਲਿਆ ਪ੍ਰਿਥੀ ਚੰਦ ਨੇ। ਕਹਿੰਦੇ ਉਰੇ ਹਾਂਜੀ, ਉਹ ਤੂੰ ਕੀ ਕਰਦਾ? ਮੈਂ ਹਰਗੋਬਿੰਦ ਸਾਹਿਬ ਨੂੰ ਖੜਾਉਂਦਾ। ਕਹਿੰਦੇ ਉਹ ਠੀਕ ਆ, ਇਹਨੂੰ ਦਿੰਦੇ ਕੀ ਆ ਤਨਖਾਹ 'ਚ? ਤਨਖਾਹ 'ਚ ਮੈਨੂੰ ਦਿੰਦੇ ਆ 5-6। ਚਲੋ ਉਸ ਸਮੇਂ ਜੋ ਵੀ ਬਣਦਾ ਹੋਊਗਾ। ਕਹਿੰਦੇ ਦੱਸ, ਇੰਨਾ ਭਾਰੀ ਹਰਗੋਬਿੰਦ, ਸਰੀਰ ਕਰਕੇ ਬੜੇ ਭਾਰੀ ਸੀ। ਕੋ ਸਤਨਾਮ ਸੀ। ਇੰਨਾ ਭਾਰੀ ਬੱਚਾ ਉਹ, ਤੈਨੂੰ ਇੰਨਾ ਕੀ ਦਿੰਦੇ ਆ? ਬਸ ਤੂੰ ਐ ਕਰ, ਮੇਰਾ ਕੰਮ ਕਰ, ਮੈਂ ਤੈਨੂੰ ਜ਼ਿੰਦਗੀ ਭਰ ਦਾ ਖਰਚਾ ਦੇਵਾਂ। ਆਹ ਫੜ 500 ਰੁਪਇਆ ਸੋਨੇ ਦਾ, ਆਪਣਾ ਚਾਂਦੀ ਦੇ ਰੁਪਏ, ਤੇ ਹੋਰ ਵੀ ਬਹੁਤ ਦੇਊਂਗਾ। ਉਹ ਕਹਿੰਦਾ ਕੰਮ ਕੀ ਕਰਨਾ? ਕੰਮ ਤਾਂ ਮੈਂ ਤੈਨੂੰ ਦੱਸੂਗਾ, ਪਹਿਲਾਂ ਕਸਮ ਪਾ ਕਿ ਇਹ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਉਹਨੇ ਲਾਲਚ ਵੇਖ ਕੇ ਥੈਲੀ ਰੁਪਈਆਂ ਦੀ, ਚਾਂਦੀ ਦੇ ਰੁਪਈਆਂ ਦੀ, ਕਹਿੰਦਾ ਕਸਮ ਤਾਂ ਪਾ ਦੇਣਾ, ਪਰ ਕੰਮ ਤਾਂ ਦੱਸ। ਨਹੀਂ ਕਹਿੰਦਾ ਸਹੁੰ ਪਾ, ਪਹਿਲਾਂ ਦੱਸਣਾ ਨਹੀਂ ਕਿਸੇ ਨੂੰ, ਕਹਿੰਦਾ ਨਹੀਂ ਦੱਸਦਾ। ਸਹੁੰ ਪਵਾ ਲਈ।
ਸਹੁੰ ਪਵਾਉਣ ਤੋਂ ਬਾਅਦ ਕਹਿੰਦਾ ਆਹ ਡਲੀ ਪਈ ਆ, ਇਹ ਜ਼ਹਿਰ ਆ। ਕੋਲੋਂ ਹੀ ਦਿੰਦਾ ਜ਼ਹਿਰ, ਤੀਜੀ ਵਾਰ ਫਿਰ ਇਹਨੇ ਜ਼ਹਿਰ ਕੋਲੋਂ ਹੀ ਫੜਾਇਆ। ਕਹਿੰਦਾ ਜ਼ਹਿਰ ਦੀ ਡਲੀ ਆ, ਇਹਨੂੰ ਘਰੇ ਲੈ ਜਾ, ਇਸ ਨੂੰ ਕੁੱਟ ਕੇ ਪੀਸ ਕੇ ਤੜਕੇ ਆਪਦੀ ਪੱਗ ਦੇ ਲੜ 'ਚ ਬੰਨ੍ਹ ਕੇ ਲਿਆਈ, ਤੇ ਇਹ ਜ਼ਹਿਰ ਤੋਂ ਤੜਕੇ ਹਰਗੋਬਿੰਦ ਦੇ ਦਹੀਂ ਦੁੱਧ ਵਿੱਚ ਮਿਕਸ ਕਰਕੇ ਉਹਨੂੰ ਪਿਆ ਦੀ। ਬਸ ਉਹ ਮਰ ਗਿਆ ਤੇ ਗੁਰਤਾ ਗੱਦੀ ਸਾਨੂੰ ਮਿਲ ਜਾਊ, ਫਿਰ ਤੈਨੂੰ ਜ਼ਿੰਦਗੀ ਭਰ ਮੈਂ ਪਾਲੂੰਗਾ। ਕੋ ਸਤਨਾਮ ਸੀ ਕਹਿਣ ਲੱਗਿਆ ਠੀਕ। ਲਾਲਚ ਵਿੱਚ ਆ ਗਿਆ, ਰੁਪਈਏ ਵੀ ਲੈ ਗਿਆ, ਘਰੇ ਗਲੀ ਵੀ ਲੈ ਗਿਆ, ਰਾਤ ਨੂੰ ਉਹਨੂੰ ਕੁੱਟਿਆ, ਮਿਕਸ ਬਰੀਕ ਕੀਤਾ, ਪੱਗ ਦੇ ਲੜ 'ਚ ਬੰਨ੍ਹ ਕੇ ਚੱਕ ਲਿਆਇਆ। ਤੜਕੇ ਰੂਟੀਨ ਦੇ ਮੁਤਾਬਕ ਆਇਆ, ਸਾਹਿਬਜ਼ਾਦੇ ਨੂੰ ਚੱਕਿਆ, ਖੜਾਉਣ ਲੱਗਿਆ। ਛਕਣ ਦਾ ਟਾਈਮ ਹੋਇਆ ਤੇ ਦਹੀਂ ਦਾ ਕੋਲਾ ਰੋਜ਼ ਛਕਾਉਂਦੇ ਸਾਹਿਬਜ਼ਾਦੇ ਨੂੰ। ਦਹੀਂ ਦਾ ਕੋਲਾ ਇਹਨੇ ਫੜਿਆ ਤੇ ਆਪਣੀ ਪਾਪ ਕਰਨ ਵਾਸਤੇ ਇਹ ਸਾਹਿਬਜ਼ਾਦੇ ਨੂੰ ਖੜਾਉਂਦਾ ਗੁਰਦੁਆਰਾ ਗੁਰੂ ਕੇ ਮਹਿਲਾਂ ਵਿੱਚ ਚਵਾਰੇ ਵਿੱਚ ਲੈ ਗਿਆ। ਚਵਾਰੇ ਵਿੱਚ ਲਿਜਾ ਕੇ ਤੇ ਇਸ ਨੇ ਉਹ ਪੱਗ ਦੇ ਲੜ 'ਚੋਂ ਕੱਢ ਕੇ ਉਹ ਪਾਊਡਰ ਦਹੀਂ 'ਚ ਮਿਕਸ ਕਰ ਲਿਆ ਤੇ ਸਾਹਿਬਜ਼ਾਦੇ ਨੂੰ ਖਵਾਉਣ ਲੱਗਿਆ। ਕਿਉਂ ਪਿਰਥੀ ਕਹਿੰਦਾ ਸੀ ਆਪੇ ਕਹਿਣਗੇ ਪੇਟ 'ਚ ਕੋਈ ਕਾਰਨ ਹੋ ਗਿਆ, ਢਿੱਡ ਦੁਖਦਾ ਹੋਣਾ, ਤਾਂ ਇਹ ਰੋਂਦਾ ਹੋਣਾ, ਤਾਂ ਇਹ ਮਰ ਗਿਆ, ਪਤਾ ਲੱਗਣਾ ਨਹੀਂ, ਤੇਰਾ ਜ਼ਿੰਦਗੀ ਭਰ ਦੀਆਂ ਰੋਟੀਆਂ ਮੈਂ ਬਣਾ ਦੂੰਗਾ। ਕੋਈ ਸਤਨਾਮ ਸੀ। ਤੇ ਜਦ ਸਾਹਿਬਜ਼ਾਦੇ ਦੇ ਮੂੰਹ ਨੂੰ ਉਹਨੇ ਕੌਲਾ ਲਾਇਆ ਤੇ ਸਾਹਿਬਜ਼ਾਦਾ ਜੀ ਨੇ ਮੂੰਹ ਬੰਦ ਕਰਕੇ ਕੌਲਾ ਪਰੇ ਤੱਕਤਾ। ਇਹਨੇ ਕੋਸ਼ਿਸ਼ ਕੀਤੀ, ਹਰਗੋਬਿੰਦ ਸਾਹਿਬ ਨੇ ਫਿਰ ਤੱਕਤਾ। ਇਸ ਨੇ ਦੋਨੇ ਹੱਥ ਫੜ ਕੇ ਸਾਹਿਬਜ਼ਾਦੇ ਦੇ ਇੱਕ ਹੱਥ ਨਾਲ ਪਿਉਣਾ ਚਾਹਿਆ ਤੇ ਬੱਚਿਆਂ ਕੋਲੇ ਹਥਿਆਰ ਹੈ ਫਿਰ ਰੋਣ ਦਾ, ਤੇ ਸਾਹਿਬਜ਼ਾਦੇ ਜੀ ਨੂੰ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ। ਤੇ ਜਦੋਂ ਉੱਚੀ ਉੱਚੀ ਰੋਏ ਤੇ ਮਾਤਾ ਗੰਗਾ ਨੂੰ ਆਵਾਜ਼ ਸੁਣੀ, ਉਹਨੇ ਨੌਕਰਾਣੀ ਨੂੰ ਭਜਾਇਆ, ਜਾ ਕੋਲੇ ਕਿੱਥੇ ਰੋਂਦਾ ਵੇਖ ਹਰਗੋਬਿੰਦ ਕੀ ਹੋ ਗਿਆ। ਉਹ ਭੱਜੀ ਚਵਾਰੇ ਚੜੀ, ਕੀ ਹੋ ਗਿਆ ਭਾਈ? ਕੁਛ ਨਹੀਂ, ਪਤਾ ਨਹੀਂ ਕੀ ਹੋ ਜਾ, ਮੈਂ ਰੋਜ਼ ਇਹਨੂੰ ਦਹੀਂ ਪਿਉਣਾ ਖਵਾਉਣਾ, ਅੱਜ ਖਾਂਦਾ ਹੀ ਨਹੀਂਗਾ। ਰੋਣ ਲੱਗ ਪਿਆ। ਉਹ ਕੱਲ ਥੱਲੇ ਚੱਲ ਮਾਤਾ ਜੀ ਕੋਲੇ, ਦਹੀਂ ਚੱਕ ਲਿਆਂਦੀ, ਨਾਲ ਹੀ ਉਹਨੂੰ ਵੀ ਥੱਲੇ ਲਿਆਂਦਾ, ਸਾਹਿਬਜ਼ਾਦਾ ਵੀ ਥੱਲੇ ਲਿਆਂਦੇ। ਇਤਨੇ ਗੁਰੂ ਅਰਜਨ ਨੇ ਸੁਨੇਹਾ ਭੇਜਤਾ ਵੀ ਆ ਸਾਹਿਬਜ਼ਾਦੇ ਦੇ ਪਤਾ ਨਹੀਂ ਕੋਈ ਪੇਟ 'ਚ ਤਕਲੀਫ ਹੈ, ਦਰਦ ਹੈ, ਪਤਾ ਨਹੀਂ, ਰੋਂਦਾ ਹੈ, ਖਾਂਦਾ ਪੀਂਦਾ ਕੁਛ ਨਹੀਂ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਘਰੇ ਆ ਗਏ। ਕੀ ਗੱਲ ਹੈ ਗੰਗਾ? ਪਤਾ ਨਹੀਂ, ਦੇਖੋ ਇਹ ਖਾਂਦਾ ਨਹੀਂ, ਦਹੀਂ ਵੀ ਨਹੀਂ ਪੀਤੀ ਇਸ। ਅੱਛਾ ਲਿਆ ਮੈਂ ਪਿਆ ਦਿਆਂ। ਪਾਤਸ਼ਾਹ ਪੰਗੇ ਤੇ ਬਹਿ ਗਏ। ਸਤਿਗੁਰੂ ਨੇ ਘਰ ਇੱਕ ਛੋਟਾ ਜਿਹਾ ਕੁੱਤਾ ਰੱਖਿਆ। ਜਦੋਂ ਪਾਤਸ਼ਾਹ ਮੰਜੇ ਤੋਂ ਉੱਠ ਕੇ ਤੁਰਦੇ ਆ, ਜੁੱਤੀ ਪਾਉਂਦੇ ਆ, ਨਾਲ ਤੁਰ ਪਏ। ਬੜਾ ਪਿਆਰ ਕਰਦੇ ਉਸ ਕੁੱਤੇ ਨੂੰ। ਤੇ ਪਾਤਸ਼ਾਹ ਜੀ ਨੇ ਉਹ ਦਹੀਂ ਲੈ ਕਰਕੇ ਸਾਹਿਬਜ਼ਾਦਾ ਜੀ ਨੂੰ ਪਿਉਣੀ ਚਾਹੀ, ਪਰ ਉਹਨਾਂ ਨੇ ਫਿਰ ਮੂੰਹ ਬੰਦ ਕਰ ਲਿਆ ਤੇ ਹੱਥ ਨਾਲ ਪਰਾ ਤੱਕ ਖੋਲਾ। ਕੋ ਸਤਨਾਮ। ਸਤਿਗੁਰੂ ਨੇ 2 ਵਾਰੀ ਪਿਆ ਕੇ ਦੇਖੀ, ਨਹੀਂ ਪੀਤੀ। ਕਹਿੰਦੇ ਚਲੋ ਛੱਡੋ, ਬੱਚੇ ਦਾ ਮੂਡ ਨਹੀਂ ਹੁੰਦਾ ਕਈ ਵਾਰੀ, ਪਰ ਅੰਦਰੋਂ ਜਾਣਦੇ ਆ ਜਿੰਨਾ ਚਿਰ ਭੇਤ ਨਾ ਖੁੱਲੇ ਉਹਨਾਂ ਚਿਰ ਸਬੂਤਾਂ ਬਿਨਾਂ ਕੋਈ ਗੱਲ ਵੀ ਨਹੀਂ ਬਣਦੀ। ਕੋ ਸਤਨਾਮ। ਭਾਵੇਂ ਕਿ ਸਤਿਗੁਰੂ ਜਾਣੀ ਜਾਣ, ਪਹਿਲਾਂ ਵੀ ਜਾਣਦੇ ਆ, ਪਰ ਅੱਜ ਸਬੂਤ ਬਣਨਾ ਸੀਗਾ, ਇਸ ਕਰਕੇ ਸਤਿਗੁਰੂ ਨੇ ਕੁੱਤੇ ਨੂੰ ਪੁਚਕਾਰਿਆ। ਉਹ ਕੁੱਤਾ ਉੱਠ ਕੇ ਬਾਹਰ ਆ ਗਿਆ ਸਾਹਮਣੇ ਤੇ ਸੇਵਾਦਾਰ ਤੋਂ ਕੁੱਤੇ ਦਾ ਬਰਤਨ ਮੰਗਵਾਇਆ, ਉਹ ਦਹੀਂ ਉਹਦੇ ਵਿੱਚ ਉਲਟਾਤੀ, ਉਹਨੂੰ ਪੁਚਕਾਰਿਆ ਵੀ ਖਾ ਲਾ। ਉਹ ਸੁਣ ਕੇ ਪਿੱਛੇ ਹਟ ਗਿਆ। ਜਦ ਸੁਣ ਕੇ ਪਿੱਛੇ ਹਟਿਆ, ਪਾਤਸ਼ਾਹ ਕਹਿੰਦੇ ਖਾ ਲਾ। ਉਹ ਸਿਰ ਮਾਰੀ ਜਾਂਦਾ, ਕੰਨ ਮਾਰੀ ਜਾਂਦਾ। ਪਾਤਸ਼ਾਹ ਕਹਿੰਦੇ ਖਾ ਕੇ ਜਾ ਵਿਖਾ, ਤੇਰੀ ਮੁਕਤੀ ਦਾ ਇੰਤਜ਼ਾਮ ਮੈਂ ਕਰੂੰਗਾ। ਜੇ ਕੋਈ ਐਸੀ ਵੈਸੀ ਗੱਲ ਹੈ, ਲੋਕਾਂ ਨੂੰ ਪਤਾ ਤਾਂ ਲੱਗੇ ਗੱਲ ਕੀ ਹੈ, ਤੂੰ ਖਾ ਕੇ ਵਿਖਾ ਇੱਕ ਵਾਰੀ। ਪਾਤਸ਼ਾਹ ਨੇ ਬੜੇ ਪਿਆਰ ਨਾਲ ਕਿਹਾ ਕਿ ਉਹ ਦਹੀਂ ਖਾ ਗਿਆ। ਕੌਣ ਸਤਨਾਮ। ਜਦੋਂ ਉਹਨੇ ਦਹੀਂ ਖਾਧੀ ਤੇ ਉਹ ਤੜਪ ਕੇ ਮਰ ਗਿਆ। ਜੋ ਸਾਹਮਣੇ ਕੁੱਤਾ ਮਰ ਗਿਆ, ਸਬੂਤ ਸਾਹਮਣੇ ਬਣ ਗਿਆ। ਗੁਰੂ ਪਾਤਸ਼ਾਹ ਕਹਿੰਦੇ ਉਹ ਦੁਸ਼ਟਾ, ਇਹ ਕੀਤਾ ਤੂੰ, ਦੱਸ ਦਹੀਂ 'ਚ ਕੀ ਪਾਇਆ? ਕੰਬਣ ਲੱਗਿਆ। ਪਾਤਸ਼ਾਹ ਕਹਿੰਦੇ ਜਿਵੇਂ ਸਾਡਾ ਕੁੱਤਾ ਮਰਿਆ ਹੀ ਤੂੰ ਮਰੇਗਾ, ਨਹੀਂ ਦੱਸ ਦੇ। ਇੰਨੀ ਗੱਲ ਕਹਿੰਦੇ ਲੰਮਾ ਡਿੱਗ ਪਿਆ, ਉਹ ਚਾਗੋ ਦੇ ਨਿਕਲਣ ਲੱਗੀ, ਤਰਫਦਾ ਹੋਇਆ ਲੱਤਾਂ ਬਾਹਾਂ ਮਾਰਦਾ ਮਰ ਗਿਆ। ਮਾਤਾ ਗੰਗਾ ਜੀ ਕਹਿੰਦੇ ਜੀ ਆਹ ਕੀ ਪਾਪ ਹੋ ਗਿਆ? ਬਾਹਮਣ ਵਾਲਾ ਮੁੰਡਾ ਹੋਵੇ ਤੇ ਸਿੰਘਾਂ ਵਾਲੀ ਗਾਂ ਹੋਵੇ, ਜੇ ਘੁੱਟ ਮਾਰੂ ਤੇ ਫਿਰ ਉਹਦਾ ਆਹੀ ਹਾਲ ਹੋਊਗਾ। ਕੋ ਸਤਨਾਮ। ਮਹਾਰਾਜ ਨੂੰ ਜਿਉਂਦਾ ਕਰੋ, ਦੁਨੀਆ ਕੀ ਕਹੂਗੀ? ਨਹੀਂ ਗੰਗਾ, ਇਹਨੇ ਗਲਤੀ ਕੀਤੀ ਹੈ, ਆਪਣੀ ਗਲਤੀ ਦਾ ਫਲ ਪਾ ਗਿਆ।
उस विषय ते शब्द उचारिया, दुष्ट ब्राह्मण मूआ होए कसूल, ਉਹਦੇ भी पेट दर्द होने लग्या। भाव गुरबाणी विच इतिहास भी पिया, गुरबाणी जिथे साडा मार्गदर्शन करती है उत्थे इतिहास नूं भी शब्दां विच बन के रखे समय समय ते सतगुरां ने। तां जिस वेले माता जी ने बहुतियां बेनतियां कीतियां ते पातशाह जी ने छिट्टा मारिया जलदा ते उठ के बैठा हो गया जिवें गूढ़ी नींद च सुत्या होया। उन्होंने पता सी कि मैं मर गया सी, दर्द बहुत होया सी पेट विच इहदे। पातशाह ने दस की होया, नहीं दोबारे फिर मरेगा। मौत तो डरदा कहना जी तुहाडे भाई बिरथी चंद ने कल मैनू जहर फड़ाया सीगा और वो मैनू कहना भी ये कुट पीस के शहजादे नूं खवा दी, जे वो मर गया तो गद्दी सानू मिल जाओ। पातशाह कहते गल पक्की है, कह जिथे मर्जी खवा लियो। उन्हें मैनू लालच भी दिता है, मैनू चांदी के रुपये भी दिते, होर भी देण नूं कहा। पातशाह कहते कमरे च बह जा। फिर दो सिख भेज के पिरथी चंद नूं सद्या। पिरथी चंद कुछ चक के मेहरबान नूं फिर आ गया। की हो गया भाई साहब? कहता बस रहने दे, हुण भाई साहब ना कहे। कहो सतनाम। क्यों? तू आया दस भी तेरी मेरे नाल कोई दुश्मनी आ? गुरता गद्दी बापू दे गया, ओदी मौज आ। साडी जवाक नाल तेरी की दुश्मनी आ? तू उहनूं मारन नूं फिरदा। ले मैं किवें मारता? तू मैनू जहर देण नूं फिरदा, ऐ किवें हो गया? उहनूं ऐस भी दस्सिया नहीं होना उहने ते उहनूं कमरे चों कढ लिया, आ जा बाहर बई। हाँ दस हुण। फिर उहने मूँह ते सारा दस्सिया कि तू मैनू कल जहर फड़ाया। वो तां ये हरगोबिंद खुद परमेश्वर का स्वरूप है, उहदी जोत है। इहने खाधी नहीं दही, जे ये मर जाता खा जाता तो मैं किहड़े नरकां च डिगदा? तू तां जाना सी, मैनू भी पापी बनाता। को सतनाम सी। जो मूँह ते दस्सिया तो फिर बेशर्मी आई। बल्कि बेशर्म जिहड़ा हुंदा फिर वो झुकदा नहीं, आकड़दा है, उच्ची उच्ची बोलन लग्या। तुसीं जान बुझ के गुरता गद्दी लैके हुण सारे समान ते कब्जा करना चाहुंदे हो, मेरे ते दूषण लाया जे वो। ते सुली खान ने इहनूं एक पिंड दित्ता सी, पिंडों निकल गए, उत्थे जाके रहन लगे। उत्थे जाके फिर इस दुष्ट का भी खात्मा होया। चंदू जिहड़ा पातशाह दे पिछे पिया सी उहदा भी खात्मा होया। ते जिहड़ा सूर वाली कहानी मैं तुहानूं माड़ी जी सुना दिया, क्योंकि एक गल किते किते आउंदी आ। वो सिख अगे जाके सूर बनिया ते उदों हरगोबिंद साहब चढ़दी कला विच गुरता गद्दी ते बैठ गए सी, वड्डे हो गए सी। पैंदे खा भी इन्हां दे नाल रहिंदा सीगा। शायद दो जंगा भी उदों पहला हो चुकियां सी। को सतनाम सी। ते पातशाह जी घूमदे घूमदे इस इलाके च आ गए, शेरका साहब वडारी इस इलाके च आ गए एक दिन। कि वो सूर बड़ा भयानक सीगा, वो किसी को मरदा नहीं सीगा। बड़े शिकारियां ने मारन की कोशिश की, वो मरदा किसी को नहीं सीगा। ते अज हरगोबिंद साहब होरां नूं शिकार खेडदियां जंगल च टक्कर गया। ते पातशाह कहंदे सूर का शिकार करना है। भाई देखा जी कहना मेरी ड्यूटी लाओ जी। उन्होंने आए सीगा मान बई मैं तां घोड़ियां नूं फड़ के पढ़ा सकदा, हाथी नूं भाईडे नूं खड़ा सकदा, मेरे च इन्ना जोर। कहना जिन्हों मैं मारना। कहने जब तू मार के देख ला। को सतनाम। पैंदे खान नूं भी दिखाउणा सीगा। पैंदे खान सूर दे मगर पिया ते सूर थोड़ा चिर तां भज्जिया, पर जद वेख्या भी हटदा नहींगा, पुट्ठा मुड़ के सूर ने ऐसी ढुड मारी घोड़े दे ढिड च, सने घोड़े ते सने पैंदे खां हो जा पिया। को सतनाम। हरगोबिंद साहब भी मगरे मगर सी। कहंदे किवें आ? कहंदे इन्नी ताकत कित्थों आ गई ते घोड़ा भी डिगदा इहने। कहंदे तैथों नहीं मारदा, इहनूं मैनूं मारना पैना। फिर वो सूर दा शिकार सतगुरां ने कीता, पर ਉਹਦੇ ਵਿੱਚ ਰਹਿਣ ਵਾਲੇ ਸਿੱਖ ਦੀ ਮੁਕਤੀ ਕਰਨੀ ਸੀ। ਛੇਵੇਂ ਪਾਤਸ਼ਾਹ ਨੇ ਇਹ ਉਹੀ ਸਿੱਖ ਸੀਗਾ ਜਿਹੜਾ ਘੁਰ-ਘੁਰ ਕਰਦਾ ਸੀਗਾ ਬਾਬੇ ਬੁੱਢੇ ਕੋਲੇ ਵੀ ਤੂੰ ਗੁਰੂ ਕਹਿ ਨੂੰ ਕੀ ਬੋਲੀ ਜਾਂਦਾ। ਕੋਈ ਸਤਨਾਮ। ਖੈਰ ਵਿਚਾਰਾ ਇੱਥੇ ਰੁਕਦੇ ਆ, ਕੀਰਤਨ ਦਾ ਸਮਾਂ ਹੋ ਰਿਹਾ। ਸੋ ਅੱਜ ਦੇ ਪਵਿੱਤਰ ਦਿਹਾੜੇ ਤੇ ਬਹੁਤ ਬਹੁਤ ਵਧਾਈਆਂ ਸਰਬੱਤ ਸੰਗਤਾਂ ਨੂੰ। ਬੋਲਦਿਆਂ ਨੇ ਅੱਖਰ ਬਾਹਰ ਘਾਟ ਹੋ ਜਾਂਦੇ। ਇਤਿਹਾਸ ਬੜਾ ਲੰਬਾ ਚੌੜਾ ਹੈ, ਜੇ ਚੱਲਦਾ ਰਹੇ ਇਹ ਕਦੇ ਮੁੱਕਣ ਵਾਲਾ ਨਹੀਂ, ਆਪਣੇ ਸਮੇਂ ਮੁੱਕ ਸਕਦੇ ਆ। ਬਹੁਤ ਬਹੁਤ ਧੰਨਵਾਦ ਨੇ ਹਾਜ਼ਰੀਆਂ ਲਵਾਈਆਂ। ਅੱਜ ਦੀਆਂ ਵਿਚਾਰਾਂ ਪ੍ਰਵਾਨ ਕਰਿਓ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਸਰਵ ਸੰਗਤ।